ਉਹ ਵਿਕਟਰੀ ਸਾਈਨ ਦਿਖਾ ਰਹੇ ਆ ਜਾਂ ਪਟਾਕੇ ਚਲਾ ਰਹੇ ਆ ਜਿਵੇਂ ਅਸੀਂ ਪਤਾ ਨਹੀਂ ਕਿੱਡੀ ਕੁ ਵੱਡੀ ਜਿੱਤ ਲਈ। ਹੁਣ ਐਮਐਸਪੀ ਦੇਣੀ ਆ ਸੈਂਟਰ ਨੇ। ਪੰਜਾਬ ਸਰਕਾਰ ਕੋਲੇ ਤਾਂ ਐਮਐਸਪੀ ਦੇਣ ਵਾਸਤੇ ਜਾਂ ਫਸਲਾਂ ਖਰੀਦਣ ਵਾਸਤੇ ਕੋਈ ਫੰਡ ਹੀ ਨਹੀਂ ਹੁੰਦਾ, ਕਦੇ ਕੋਈ ਪ੍ਰੋਵੀਜ਼ਨ ਹੀ ਨਹੀਂ ਹੁੰਦੀ ਇਸ ਗੱਲ ਦੀ। ਕਮਜ਼ੋਰ ਕਰ ਦਿੰਦੇ ਆ ਜਾਂ ਸਾਡੇ ਸੰਘਰਸ਼ ਦੀ ਦਿਸ਼ਾ ਬਦਲ ਦਿੰਦੇ ਆ। ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਵੀ ਸਾਡੀ ਸੂਬਾ ਸਰਕਾਰ ਨਾਲ ਤਾਂ ਹੈ ਨਹੀਂ ਕੋਈ ਲਾਗ ਡਾਟ। ਸੂਬਾ ਸਰਕਾਰ ਤਾਂ ਸਾਡੇ ਨਾਲ ਖੜੀ ਆ, ਪਰ ਸੂਬਾ ਸਰਕਾਰ ਦਾ ਵੱਸ ਨਹੀਂ ਚੱਲ ਰਿਹਾ। 800 ਕਰੋੜ ਮੰਗੀ ਜਾਂਦੇ ਸੀ, ਉਹਨਾਂ ਨੇ ਨਹੀਂ ਦਿੱਤਾ। ਅਗਲੇ ਤਾਂ ਤੁਹਾਡੇ ਹੱਥ ਅੜਾਉਂਦੇ ਆ। ਹੁਣ ਕੈਪਟਨ ਸਰਕਾਰ ਜਾਂ ਕੈਪਟਨ ਸਾਹਿਬ ਕਹਿਣ ਵੀ ਮੈਂ ਅਸਤੀਫਾ ਜੇਬ 'ਚ ਲਈ ਫਿਰਦਾ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਹ ਚਾਕੂ ਖਰਬੂਜੇ ਤੇ ਡਿੱਗੇ ਜਾਂ ਖਰਬੂਜਾ ਚਾਕੂ ਤੇ ਕੱਟਣਾ ਖਰਬੂਜੇ ਨਹੀਂ ਆ, ਕੱਟਣਾ ਅਸੀਂ ਆ ਜਦੋਂ ਤੱਕ ਅਸੀਂ ਆਪਦੀ ਖੁਦਮੁਖਤਿਆਰੀ ਲਈ ਨਹੀਂ ਲੜਦੇ। ਰਾਜਪਾਲ ਕੋਲੇ ਜਾਣੇ ਆ, ਰਾਜਪਾਲ ਵੀ ਬੀਜੇਪੀ ਦਾ ਕੰਮ, ਪ੍ਰੈਜ਼ੀਡੈਂਟ ਕੋਲੇ ਜਾਣੇ ਆ, ਉਹ ਵੀ ਬੀਜੇਪੀ ਦਾ, ਤੇ ਅੱਗੇ ਬੀਜੇਪੀ ਵਾਲਿਆਂ ਨੇ ਸੈਂਟਰ 'ਚ ਚੈਲੰਜ ਵੀ ਕਰਨਾ ਇਹ ਤਾਂ ਫਲਾਨੀ ਏਜੰਸੀ ਦਾ ਬੰਦਾ, ਇਹ ਉਹਦਾ ਬੰਦਾ, ਕਿਉਂਕਿ ਇਹਨਾਂ ਨੂੰ ਪਤਾ ਅਸਲ ਗੱਲ ਆਪਾਂ ਕਰ ਰਹੇ ਆ, ਹੱਕਾਂ ਦੀ ਗੱਲ ਕਰ ਰਹੇ ਆ। ਉਨੀ ਇਹਨਾਂ 'ਚ ਜ਼ਰੂਰਤ ਨਹੀਂ ਆ ਵੀ ਅਸੀਂ ਲੜੀਏ, ਦਿੱਲੀ ਨੂੰ ਚੈਲੰਜ ਕਰੀਏ। ਹੋ ਸਕਦਾ ਮੈਂ ਪੰਜਾਬ ਸਰਕਾਰ ਦੀ ਅੱਖਾਂ 'ਚ ਵੀ ਰੜਕਾਂ ਹੁਣ, ਕਿਉਂਕਿ ਪੰਜਾਬ ਸਰਕਾਰ ਵੀ ਉਹ ਅਸਤੀਫੇ ਜੇਬ 'ਚ ਤਾਂ ਪਾਈ ਬੈਠੀ ਆ, ਪਰ ਅਸਲ ਗੱਲ ਤੇ ਉਹ ਵੀ ਨਹੀਂ ਆ ਰਹੇ ਵੀ ਅਸੀਂ ਲੜਦੇ ਆ, ਲੋਕਾਂ ਦੇ ਨਾਲ ਲੜਦੇ ਆ। ਲਓ ਆਈ ਹੋਈ ਸੰਗਤ ਨੂੰ ਬਹੁਤ ਆਦਰ ਮਾਣ ਤੇ ਸਤਿਕਾਰ ਨਾਲ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਦੋ ਚਾਰ ਗੱਲਾਂ ਹੀ ਕਰਨੀਆਂ ਸੀ, ਕਿਉਂਕਿ ਮੈਨੂੰ ਬਾਈ ਸਵਾਲ ਕਰ ਰਹੇ ਸੀ। ਮੈਂ ਸੋਚਿਆ ਵੀ ਸੰਗਤ ਦੇ ਰੂਬਰੂ ਹੋ ਕੇ ਦੋ ਚਾਰ ਗੱਲਾਂ ਕੀਤੀਆਂ ਜਾਣ। ਇੱਕ ਤਾਂ ਕੱਲ ਵਿਧਾਨ ਸਭਾ 'ਚ ਸਰਕਾਰ ਨੇ ਜਿਹੜੀ ਨਵੀਂ ਗੱਲ ਆਪਾਂ ਉਹ ਕਰਦੇ ਹਾਂ, ਸਰਕਾਰ ਨੇ ਨਵੇਂ ਬਿੱਲ ਪਾਸ ਕੀਤੇ ਜਾਂ ਮਤੇ ਪਗਾਏ ਆਪਾਂ ਪੰਜਾਬੀ 'ਚ ਕਹਿ ਲਈਏ, ਤੇ ਉਹ ਰਾਜਪਾਲ ਨੂੰ ਦੇਤੇ, ਤੇ ਕਾਂਗਰਸ ਦੇ ਵਿਧਾਇਕ ਆ ਕੇ ਉਹ ਵਿਕਟਰੀ ਸਾਈਨ ਦਿਖਾ ਰਹੇ ਆ ਜਾਂ ਪਟਾਕੇ ਚਲਾ ਰਹੇ ਆ ਜਿਵੇਂ ਅਸੀਂ ਪਤਾ ਨਹੀਂ ਕਿੱਡੀ ਕੁ ਵੱਡੀ ਜਿੱਤ ਲਈ। ਤੇ ਕਈ ਕਿਸਾਨ ਜਥੇਬੰਦੀਆਂ ਦਾ ਹਜੇ ਮੈਨੂੰ ਪੂਰਨ ਤੌਰ ਤੇ ਤਾਂ ਪਤਾ ਨਹੀਂ, ਪਰ ਕਈਆਂ ਨੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਵੀ ਅਸੀਂ ਆਹ ਦੇਖੋ ਬਹੁਤ ਵੱਡੀ ਜਿੱਤ ਲਈ ਆ। ਮੈਂ ਦੋ ਕੁ ਗੱਲਾਂ ਇਹੀ ਕਹਿਣਾ ਚਾਹਣਾ ਵੀ ਸਾਡੇ ਨਾਲ ਆਈ ਹੁੰਦਾ ਆ ਤੇ ਉਹੀ ਫੇਰ ਚੱਲ ਰਿਹਾ। ਉਹ ਕਿਵੇਂ ਚੱਲ ਰਿਹਾ ਇਸ ਗੱਲ ਨੂੰ ਸਮਝੀਏ। ਜਿਹੜੇ ਬਿੱਲ ਹਜੇ ਤੱਕ ਮੈਂ ਪੂਰਨ ਤੌਰ ਤੇ ਪੜ੍ਹੇ ਨਹੀਂ, ਉਹ ਪੜ੍ਹੂੰਗਾ ਅੱਜ, ਪਰ ਜਿਹੜੇ ਬਿੱਲ ਉਹਨਾਂ ਨੇ ਪੇਸ਼ ਕੀਤੇ ਆ ਉਹਦੇ 'ਚ ਦੋ ਤਿੰਨ ਗੱਲਾਂ ਵੀ, ਇੱਕ ਤਾਂ ਜੇ ਐਮਐਸਪੀ ਤੋਂ ਘੱਟ ਖਰੀਦ ਹੋਊਗੀ ਤਾਂ ਉਹਨੂੰ 3 ਸਾਲ ਦੀ ਸਜ਼ਾ ਦਿੱਤੀ ਜਾਊਗੀ। ਹੁਣ ਐਮਐਸਪੀ ਦੇਣੀ ਆ ਸੈਂਟਰ ਨੇ। ਪੰਜਾਬ ਸਰਕਾਰ ਕੋਲੇ ਤਾਂ ਐਮਐਸਪੀ ਦੇਣ ਵਾਸਤੇ ਜਾਂ ਫਸਲਾਂ ਖਰੀਦਣ ਵਾਸਤੇ ਕੋਈ ਫੰਡ ਹੀ ਨਹੀਂ ਹੁੰਦਾ, ਕਦੇ ਕੋਈ ਪ੍ਰੋਵੀਜ਼ਨ ਹੀ ਨਹੀਂ ਹੁੰਦੀ ਇਸ ਗੱਲ ਦੀ। ਐਮਐਸਪੀ ਦੇਣੀ ਆ ਸੈਂਟਰ ਨੇ। ਕਾਨੂੰਨ ਸਾਡੇ ਤੇ ਸੈਂਟਰ ਥੋਪ ਰਿਹਾ। ਕੱਲ ਨੂੰ ਸੈਂਟਰ ਸਰਕਾਰ ਦੇ ਉਲਟ ਜਿਹੜੇ ਕਾਨੂੰਨ ਪੰਜਾਬ ਨੇ ਬਣਾਏ ਆ, ਸੈਂਟਰ ਸਰਕਾਰ ਕਹੂ ਮੇਰੇ ਕੋਲੇ ਤਾਂ ਪੈਸੇ ਹੀ ਹੈ ਨਹੀਂ, ਮੈਂ ਖਰੀਦ ਨਹੀਂ ਕਰ ਸਕਦੀ, ਤੇ ਮੇਰੇ ਕੋਲੇ ਐਮਐਸਪੀ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ। ਜੇ ਸੈਂਟਰ ਸਰਕਾਰ ਨੇ ਫਸਲ ਹੀ ਨਹੀਂ ਖਰੀਦੀ, ਜੇ ਸੈਂਟਰ ਸਰਕਾਰ ਨੇ ਐਮਐਸਪੀ ਤੇ ਸਾਨੂੰ ਜਿਹੜੇ ਫੰਡ ਪੰਜਾਬ ਕੋਲੇ ਕਿਸਾਨਾਂ ਕੋਲੇ ਉਹ ਦਿੱਤਾ ਹੀ ਨਹੀਂ, ਤਾਂ ਫਿਰ ਇਹ ਕਿਤੇ ਨਾ ਕਿਤੇ ਇਸ ਗੱਲ ਦਾ ਬੜਾ ਵੱਡਾ, ਜੇ ਅਸੀਂ ਅਸਲ 'ਚ ਗੱਲ ਨੂੰ ਸਮਝੀਏ ਤਾਂ ਕੌਨਫਲਿਕਟ ਆ ਸੈਂਟਰ ਤੇ ਸਟੇਟ ਦਾ। ਕੌਨਫਲਿਕਟ ਆ ਮਤਲਬ ਆਪਸ 'ਚ ਕਿਤੇ ਨਾ ਕਿਤੇ ਤਾਲਮੇਲ ਨਹੀਂ ਆ। ਜੇ ਤਾਲਮੇਲ ਨਹੀਂ ਆ ਤਾਂ ਸੈਂਟਰ ਸਰਕਾਰ ਨੇ ਇਹਨਾਂ ਕਾਨੂੰਨਾਂ ਦੇ ਵਿਰੁੱਧ ਸੁਪਰੀਮ ਕੋਰਟ 'ਚ ਵੀ ਜਾਣਾ। ਇਹਦੀ ਕੌਂਸਟੀਟਿਊਸ਼ਨਲ ਜਾਂ ਸੰਵਿਧਾਨਕ ਮਾਨਤਾ ਕਿੰਨੀ ਕੁ ਇਹਨਾਂ ਕਾਨੂੰਨਾਂ ਦੀ, ਉਹਦੇ ਵਾਸਤੇ। ਸੋ ਕੀਤਾ ਕੀ ਜਾ ਰਿਹਾ ਸਾਡੇ ਨਾਲ ਅਸਲ ਤੌਰ ਤੇ ਇਹ ਕੀਤਾ ਜਾ ਰਿਹਾ ਵੀ ਸਾਨੂੰ ਹਮੇਸ਼ਾ ਹੀ ਰਿਆਇਤਾਂ ਜਾਂ ਥੋੜੀਆਂ ਬਹੁਤੀਆਂ ਸੋਧਾਂ ਦੇ ਕੇ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰ ਦਿੰਦੇ ਆ ਜਾਂ ਸਾਡੇ ਸੰਘਰਸ਼ ਦੀ ਦਿਸ਼ਾ ਬਦਲ ਦਿੰਦੇ ਆ। ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਵੀ ਸਾਡੀ ਸੂਬਾ ਸਰਕਾਰ ਨਾਲ ਤਾਂ ਹੈ ਨਹੀਂ ਕੋਈ ਲਾਗ ਡਾਟ। ਸੂਬਾ ਸਰਕਾਰ ਤਾਂ ਸਾਡੇ ਨਾਲ ਖੜੀ ਆ, ਪਰ ਸੂਬਾ ਸਰਕਾਰ ਦਾ ਵੱਸ ਨਹੀਂ ਚੱਲ ਰਿਹਾ। ਸੋ ਕੌਨਫਲਿਕਟ ਕਿੱਥੇ ਆ? ਅਸਲ ਲੜਾਈ ਕਿਹੜੀ ਆ? ਲੜਾਈ ਆ ਸੈਂਟਰ ਸਰਕਾਰ ਨਾਲ। ਸੈਂਟਰ ਸਰਕਾਰ ਨਾਲ ਲੜਨ ਵਾਸਤੇ ਜਿਹੜੇ ਜਥੇਬੰਦੀਆਂ ਦੇ ਆਗੂ ਆ, ਕਈ ਉਹਨਾਂ 'ਚੋਂ ਲੜਨਾ ਚਾਹੁੰਦੇ ਵੀ ਆ, ਲੋਕ ਲੜਨਾ ਚਾਹੁੰਦੇ ਆ, ਪਰ ਜਥੇਬੰਦੀਆਂ ਦੇ ਆਗੂਆਂ ਕੋਲੇ ਓਡੀ ਆਪਦੇ ਅੰਦਰ ਭਰੋਸਾ ਜਾਂ ਆਪਦੇ ਅੰਦਰ ਕਹਿ ਲਓ ਵੀ ਉਸ ਲੜਾਈ ਲੜਨ ਵਾਸਤੇ ਇੱਕ ਹੁੰਦਾ ਵੀ ਅਸੀਂ ਲੜਾਂਗੇ ਤੇ ਜਿੱਤ ਕੇ ਆਵਾਂਗੇ ਤੇ ਕੁਝ ਲੈ ਕੇ ਡਿੱਗਾਂਗੇ ਪੰਜਾਬ ਲਈ। ਕਿਉਂ ਲੈ ਕੇ? ਕਿਉਂਕਿ ਅਸੀਂ ਜਿੱਥੇ ਆ ਕੇ ਖੜ ਗਏ ਆ
ਪੰਜਾਬ ਜਿੱਥੇ ਆ ਕੇ ਖੜ ਗਿਆ, ਜਾਂ ਇਸ ਦੇਸ਼ ਦਾ ਕੋਈ ਵੀ ਸੂਬਾ ਜਿੱਥੇ ਆ ਕੇ ਖੜ ਗਿਆ, ਇੱਥੇ ਸੂਬੇ ਸਰਕਾਰ ਕੋਲੇ ਆਪਦੇ ਕਾਨੂੰਨ ਬਣਾਉਣ ਦਾ, ਆਪਦੀਆਂ ਪਾਲਿਸੀ ਘੜਨ ਦਾ, ਜਾਂ ਕਿਸਾਨੀ ਦੇ ਰਿਲੇਟਡ ਫਸਲਾਂ ਦੇ ਮੁੱਲ ਤੈਅ ਕਰਨ ਦਾ ਕੋਈ ਹੱਕ ਹੀ ਨਹੀਂ ਆ। ਸਾਰਾ ਹੱਕ ਹੀ ਕੇਂਦਰ ਕੋਲੇ ਆ। ਜਦੋਂ ਕੇਂਦਰ ਕੋਲੇ ਹੱਕ ਆ ਤੇ ਕੇਂਦਰ ਤਾਂ ਸਾਨੂੰ ਪਹਿਲਾਂ ਹੀ ਨਹੀਂ ਦੇ ਰਿਹਾ, ਅਸੀਂ ਆਪਦੇ ਕਾਨੂੰਨ ਬਣਾ ਕੇ ਕੀ ਕਰ ਲਾਂਗੇ? ਫਿਰ ਸਾਨੂੰ ਜੋ ਲੜਨਾ ਚਾਹੀਦਾ ਉਹ ਲੜਨਾ ਚਾਹੀਦਾ ਖੁਦਮੁਖਤਿਆਰੀ ਲਈ। ਸਾਡੇ ਫੈਸਲੇ ਅਸੀਂ ਆਪ ਕਰ ਸਕੀਏ। ਖੁਦਮੁਖਤਿਆਰੀ ਦਾ ਤਾਂ ਮਤਲਬ ਹੀ ਇਹ ਹੈ ਵੀ ਜੇ ਸਾਡੀ ਕਿਸਾਨੀ ਦੇ ਫੈਸਲੇ ਆ ਤਾਂ ਪੰਜਾਬ ਦੇ ਕਿਸਾਨ, ਜਾਂ ਘੱਟੋ ਘੱਟ ਪੰਜਾਬ ਸਰਕਾਰ ਤਾਂ ਕਰ ਸਕੇ ਨਾ, ਸੈਂਟਰ ਕਿਵੇਂ ਕਰ ਸਕਦੀ ਆ? ਸੋ ਲੜਾਈ ਇੱਥੇ ਆ, ਜੜ ਉੱਥੇ ਪਈ ਆ। ਜਦੋਂ ਤੱਕ ਅਸੀਂ ਉਸ ਖੁਦਮੁਖਤਿਆਰੀ ਦੀ ਗੱਲ ਨਹੀਂ ਕਰਾਂਗੇ ਵੀ ਸਾਡੀ ਫਸਲਾਂ ਦੇ ਰੇਟ ਅਸੀਂ ਤੈਅ ਕਰੀਏ, ਤੇ ਪੰਜਾਬ ਸਰਕਾਰ ਸਾਨੂੰ ਕੋਈ ਸਪੈਸ਼ਲ ਫੰਡ ਕ੍ਰੀਏਟ ਕਰਕੇ, ਜਾਂ ਪੰਜਾਬ ਸਰਕਾਰ ਆਪਦੀਆਂ ਕੋਆਪਰੇਟਿਵ ਮਾਡਲ ਜਾਂ ਕ੍ਰੀਏਟ ਕਰਕੇ, ਜਾਂ ਉਹਨਾਂ ਨੂੰ ਬਣਾ ਕੇ ਸਾਡੀ ਹੈਲਪ ਨਹੀਂ ਕਰਦੀ, ਅਸੀਂ ਬਚ ਨਹੀਂ ਸਕਦੇ। ਪੰਜਾਬ ਸਰਕਾਰ ਨੂੰ ਜਾਂ ਤਾਂ ਉਸ MSP ਦੀ ਪ੍ਰੋਵੀਜ਼ਨ ਲਈ ਫੰਡ ਕ੍ਰੀਏਟ ਕਰਨਾ ਚਾਹੀਦਾ। ਫੰਡ ਇਹਨਾਂ ਕੋਲੇ ਹੈ ਨਹੀਂ, ਫੰਡ ਇਹ ਲੈਂਦੇ ਆ ਸੈਂਟਰ ਤੋਂ। ਤੁਸੀਂ ਇਹ ਦੇਖ ਲਓ, ਆ ਪਿੱਛੇ ਜੇ GST ਦਾ ਰੌਲਾ ਪਿਆ ਸੀ, 800 ਕਰੋੜ ਮੰਗੀ ਜਾਂਦੇ ਸੀ, ਉਹਨਾਂ ਨੇ ਨਹੀਂ ਦਿੱਤਾ। ਅਗਲੇ ਤਾਂ ਤੁਹਾਡੇ ਹੱਥ ਅੜਾਉਂਦੇ ਆ। ਹੁਣ ਕੈਪਟਨ ਸਰਕਾਰ ਜਾਂ ਕੈਪਟਨ ਸਾਹਿਬ ਕਹਿਣ ਵੀ ਮੈਂ ਅਸਤੀਫਾ ਜੇਬ 'ਚ ਲਈ ਫਿਰਦਾ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਸੋ ਲੜਾਈ ਤਾਂ ਦਿੱਲੀ ਨਾਲ ਲੜ ਰਹੇ ਹਾਂ ਅਸੀਂ। ਕਿੱਦਾਂ ਦੀ ਕਹਿ ਰਹੇ ਹਾਂ ਇਹ ਗੱਲ? ਲੜਾਈ ਦਿੱਲੀ ਨਾਲ ਆ। ਦਿੱਲੀ ਸਾਡੀ ਕਦੇ ਸਕੀ ਨਹੀਂ ਹੋ ਸਕਦੀ। ਸਾਨੂੰ ਮੰਗਾਂ ਤੇ ਹੀ ਰੱਖਿਆ ਉਹਨਾਂ ਨੇ। ਮੰਗਾਂ ਤੋਂ ਜੇ ਮੰਗਾਂ ਦੇਤੀਆਂ, ਉਹਨਾਂ ਨੂੰ ਪਤਾ ਕੱਲ ਨੂੰ ਇਹ ਹੱਕਾਂ ਦੀ ਗੱਲ ਕਰਨਗੇ, ਸਾਨੂੰ ਹੱਕਾਂ ਤੇ ਜਾਣ ਹੀ ਨਹੀਂ ਦਿੱਤਾ। ਅਗਲੀ ਗੱਲ ਜਿਹੜੀ ਸਾਡੀ ਸਮਝਣ ਵਾਲੀ ਆ, ਹੁਣ ਬਿੱਲਾਂ 'ਚ ਜਿਹੜੀ ਪ੍ਰੋਵੀਜ਼ਨ ਹੋਣੀ ਚਾਹੀਦੀ ਸੀ, ਜਿਹੜਾ ਮੰਡੀ ਬੋਰਡ ਕੋਲੇ ਪੈਸਾ ਆਉਂਦਾ ਸੀ, ਕੋਈ 2-4 ਹਜ਼ਾਰ ਕਰੋੜ ਪੈਸਾ ਆਉਂਦਾ ਸੀ, ਉਹ ਸਾਡੇ ਪਿੰਡਾਂ ਦੀਆਂ ਸੜਕਾਂ ਤੇ, ਗਲੀਆਂ ਤੇ, ਨਾਲੀਆਂ ਤੇ ਲੱਗਦਾ ਸੀ, ਉਹ ਕਿੱਥੋਂ ਆਊਗਾ? ਇਹਨਾਂ ਬਿੱਲਾਂ 'ਚ ਉਹਦੀ ਕੋਈ ਪ੍ਰੋਵੀਜ਼ਨ ਨਹੀਂ। ਜਦੋਂ ਮੰਡੀਕਰਨ ਨਹੀਂ ਰਿਹਾ, ਉਹ ਪੈਸਾ ਕਿੱਥੋਂ ਆਊਗਾ? ਪੈਸਾ ਉਹ ਸਾਡੀਆਂ ਜੇਬਾਂ 'ਚੋਂ ਹੀ ਜਾਣਾ। ਸਾਡੇ ਜਿਹੜੇ ਟੈਕਸ ਲੱਗ ਰਹੇ ਅੱਜ ਕੱਲ੍ਹ, ਉਹਨਾਂ ਟੈਕਸਾਂ 'ਚ ਵਾਧਾ ਹੋਣਾ, ਜਾਂ ਕੋਈ ਮਲਟੀਪਲ ਟੈਕਸੇਸ਼ਨ ਰਜੀਮ ਇਹਨੂੰ ਕਹਿੰਦੇ ਆ, ਵੀ ਵੱਖਰੇ ਵੱਖਰੇ ਟੈਕਸ ਲਾ ਦਿੱਤੇ ਜਾਣ, ਤੇ ਉਹ ਸਾਡੀਆਂ ਜੇਬਾਂ 'ਚੋਂ ਹੀ ਜਾਣਾ। ਸੋ ਘੁਮਾ ਫਿਰਾ ਕੇ ਇਹਨਾਂ ਨੇ ਉਹ ਚਾਕੂ ਖਰਬੂਜੇ ਤੇ ਡਿੱਗੇ, ਜਾਂ ਖਰਬੂਜਾ ਚਾਕੂ ਤੇ ਕੱਟਣਾ ਖਰਬੂਜੇ ਨਹੀਂ ਆ, ਕੱਟਣਾ ਅਸੀਂ ਆ। ਜਦੋਂ ਤੱਕ ਅਸੀਂ ਆਪਦੀ ਖੁਦਮੁਖਤਿਆਰੀ ਲਈ ਨਹੀਂ ਲੜਦੇ, ਜਦੋਂ ਤੱਕ, ਹੁਣ ਅੰਗਰੇਜ਼ੀ 'ਚ ਇਹਨੂੰ ਕਹਿੰਦੇ ਆ ਸੈਂਟਰ ਸਟੇਟ ਰਿਲੇਸ਼ਨਸ਼ਿਪ, ਜਦੋਂ ਤੱਕ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਦੇ, ਜੇ ਉਦੋਂ ਤੱਕ ਅਸੀਂ ਕਹੀਏ ਕਿਸਾਨੀ ਦਾ ਭਲਾ ਹੋ ਜੂ, ਜਾਂ ਸਾਡੇ ਆਹ ਪੁਲਿਸ ਵਾਲੇ ਬਾਈ ਬੈਠੇ ਆ ਇੱਥੇ, ਇਹਨਾਂ ਦਾ ਭਲਾ ਹੋ ਜੂ, ਜਾਂ ਅਸੀਂ ਕਹੀਏ ਵੀ ਸਾਡੀ ਸਿੱਖਿਆ ਦਾ ਭਲਾ ਹੋ ਜੂ, ਅਸੀਂ ਜੋ ਸਕੂਲਾਂ ਕਾਲਜਾਂ 'ਚ ਪੜ੍ਹਾਉਣੇ ਆ, ਜਾਂ ਪੰਜਾਬ ਕੋਈ ਆਪਦੀ ਪਾਲਿਸੀ ਘੜ ਲੂਗਾ, ਜਾਂ ਸਾਡੇ ਨਸ਼ਿਆਂ 'ਚ ਕੁਛ ਸੋਧ ਹੋ ਜੂਗੀ ਵੀ ਇੱਥੇ ਨਸ਼ੇ ਖਤਮ ਹੋ ਜਾਣਗੇ, ਜਾਂ ਪ੍ਰਵਾਸ ਰੁਕ ਜੂਗਾ, ਜਾਂ ਹੋਰ ਬੇਰੁਜ਼ਗਾਰੀ ਖਤਮ ਹੋ ਜੂਗੀ, ਇਹ ਹੋ ਹੀ ਨਹੀਂ ਸਕਦਾ। ਸੋ ਐਡਾ ਵੱਡਾ ਅੰਦੋਲਨ, ਲੋਕ ਨਾਲ ਖੜੇ ਆ। ਤੁਸੀਂ ਪੰਜਾਬ ਦੀ ਹੱਦ ਤੇ ਆ ਕੇ ਬੈਠੇ ਹੋ, ਜਿੱਥੇ ਸਾਡੇ ਹੱਕ, ਜਿਹੜੇ ਫੰਡਾਮੈਂਟਲ ਰਾਈਟਸ ਆ, ਜਿਹੜੇ ਮੂਲ ਅਧਿਕਾਰ ਆ ਸਾਡੇ, ਉਹ ਮੁੱਕ ਜਾਂਦੇ ਆ, ਇੱਥੇ ਆ ਕੇ ਮੁੱਕ ਜਾਂਦੇ ਆ। ਇਦੋਂ ਬਾਅਦ ਲੋ ਹਰਿਆਣੇ ਵਾਲੇ ਸਾਨੂੰ 2 ਮੈਨੂੰ ਲੱਗਦਾ ਕਿਲੋਮੀਟਰ ਨਹੀਂ ਟੱਪਣ ਦਿੰਦੇ। ਸੋ ਇੱਥੇ ਆ ਕੇ ਜੇ ਤੁਸੀਂ ਬੈਠੇ ਹੋ, ਮਤਲਬ ਕੋਈ ਜਜ਼ਬਾ ਹੀ ਲੈ ਕੇ ਆਏ ਹੋ ਨਾ। ਬਾਕੀ ਧਰਨਿਆਂ 'ਚ, ਮੋਰਚਿਆਂ 'ਚ, ਜਿੱਥੇ ਜਿੱਥੇ ਟੋਲ ਪਲਾਜ਼ਿਆਂ ਤੇ, ਜਿੱਥੇ ਜਿੱਥੇ ਪੈਟਰੋਲ ਪੰਪਾਂ ਦਾ ਘਰਾ ਕੀਤਾ ਹੋਇਆ, ਉਹਨਾਂ 'ਚ ਵੀ ਉਹ ਜਜ਼ਬਾ ਹੀ ਆ। ਸੋ ਚਾਹੀਦਾ ਕੀ ਆ? ਚਾਹੀਦਾ ਇਹ ਆ ਵੀ ਆਗੂ ਜਿਹੜੇ ਕਿਸਾਨ ਜਥੇਬੰਦੀਆਂ ਦੇ ਆ, ਜਾਂ ਅਸੀਂ ਸਾਰੇ ਮਿਲ ਕੇ ਅਸੀਂ ਦਿੱਲੀ ਸਰਕਾਰ ਨਾਲ ਲੜੀਏ, ਤੇ ਪੰਜਾਬ ਸਰਕਾਰ ਸਾਡੀ ਇਸ 'ਚ ਫੁੱਲ ਹਮਾਇਤ ਦੇਵੇ ਵੀ ਅਸੀਂ ਲੜਨਾ ਤੇ ਆਪਦੇ ਹੱਕ ਲੈਣੇ ਆ। ਜੇ ਪੰਜਾਬ ਸਰਕਾਰ ਨਾਲ ਖੜੀ ਹੋ ਜਾਂਦੀ ਆ ਅੱਜ, ਤਾਂ ਪੰਜਾਬ ਦਾ ਹਰ ਬਾਸ਼ਿੰਦਾ, ਹਜੇ ਸ਼ਹਿਰੀ ਵਰਗ ਉਸ ਤਰ੍ਹਾਂ ਨਹੀਂ ਉੱਠਿਆ ਸਾਡੇ ਨਾਲ। ਸਾਨੂੰ ਪਤਾ ਇਹ ਪਿੰਡਾਂ 'ਚ ਜ਼ਿਆਦਾ ਹੁੰਗਾਰਾ ਮਿਲ ਰਿਹਾ ਹੈ ਇਸ ਸਟਰਗਲ ਨੂੰ, ਸ਼ਹਿਰਾਂ 'ਚ ਓਡਾ ਜ਼ਿਆਦਾ ਹੁੰਗਾਰਾ ਨਹੀਂ ਮਿਲ ਰਿਹਾ। ਜਦੋਂ ਤੱਕ ਸਰਕਾਰ ਪੰਜਾਬ ਦੇ ਰਹਿੰਦੇ ਸ਼ਹਿਰੀਆਂ ਨੂੰ ਇਹ ਗੱਲ ਨਹੀਂ ਕਹਿੰਦੀ ਵੀ ਸਾਡੇ ਨਾਲ ਤੁਰੋ, ਅਸੀਂ ਖੁਦਮੁਖਤਿਆਰੀ ਕੁਛ ਹੱਦ ਤੱਕ ਹੀ ਲੈ ਲਈਏ। ਮੈਂ ਨਹੀਂ ਕਹਿੰਦਾ ਜਮਾਂ ਹੀ ਖੁਦਮੁਖਤਿਆਰੀ ਹਰ ਖਿੱਤੇ 'ਚ ਸਾਡੇ ਕੋਲੇ ਖੁਦਮੁਖਤਿਆਰੀ ਹੋਵੇ, ਚਲੋ ਉਹ ਇੱਕ ਲੰਬੀ ਸਟਰਗਲ ਆ। ਦੇਖੋ, ਇੱਕ ਗੱਲ ਹੋਰ ਸਮਝਣ ਦੀ ਜ਼ਰੂਰਤ ਆ, ਜਿਹੜੀ ਲੜਾਈ ਆਪਾਂ ਲੜ ਰਹੇ ਹਾਂ, ਇਹ ਪੋਲੀਟੀਕਲ ਸਟਰਗਲ ਆ, ਇਹ ਰਾਜਸੀ ਸਟਰਗਲ ਆ। ਜੇ ਇਸ ਗੱਲ ਨੂੰ, ਬੇਸਿਕ ਗੱਲ ਨੂੰ ਨਹੀਂ ਸਮਝਦੇ ਵੀ ਇਹ ਰਾਜਸੀ ਸਟਰਗਲ ਆ, ਤਾਂ ਅਸੀਂ ਫਿਰ ਲੜਾਈ ਨੂੰ ਹੀ ਨਹੀਂ ਸਮਝ ਪਾ ਰਹੇ। ਜੇ ਅਸੀਂ ਇਹ ਸਮਝਦੇ ਹਾਂ ਵੀ ਇਹ ਕਿਸਾਨੀ ਦਾ ਮਸਲਾ ਜਾਂ MSP ਤੱਕ ਹੀ ਅਸੀਂ ਲਿਮਿਟਡ ਆ। MSP ਤਾਂ ਸਾਡੇ ਕੋਲੇ ਪਹਿਲਾਂ ਵੀ ਹੁੰਦੀ ਸੀ, ਪਰ ਖੁਦਕੁਸ਼ੀਆਂ ਉਸੇ MSP ਨਹੀਂ ਦਿੱਤੀਆਂ ਨਾ, ਕਰਜ਼ੇ ਉਸ MSP ਨਹੀਂ ਦਿੱਤੇ ਆ ਨਾ। ਸਾਡਾ ਕਿਸਾਨਾਂ ਦਾ ਜੋ ਅੱਜ ਹਾਲ ਆ, ਪਿੰਡਾਂ 'ਚ ਜਾ ਕੇ ਦੇਖ ਲਈਏ, ਉਸੇ MSP ਨਹੀਂ ਸਾਨੂੰ ਦਿੱਤਾ।
ਸੋ 73 ਸਾਲਾਂ 'ਚ ਹਜੇ ਤੱਕ ਅਸੀਂ ਕੋਈ ਖੇਤੀਬਾੜੀ ਦਾ ਮਾਡਲ ਜਿਹੜਾ ਕਿਸਾਨਾਂ ਲਈ ਮਜ਼ਦੂਰਾਂ ਲਈ ਲਾਹੇਵੰਦ ਹੋਵੇ ਚੰਗਾ ਹੋਵੇ ਉਹ ਹਜੇ ਲੈ ਹੀ ਨਹੀਂ ਸਕੇ। 73 ਸਾਲ ਹੋ ਗਏ, ਇੱਕ ਪੂਰੀ ਕਿਸਾਨਾਂ ਦੀ ਪੀੜ੍ਹੀ ਖਤਮ ਹੋ ਗਈ ਲੜਦੇ ਲੜਦੇ। ਮੁੜ ਕੇ ਜਿਹੜੇ ਆਗੂ ਆ ਸਾਡੇ ਬੈਠੇ ਜਥੇਬੰਦੀਆਂ ਦੇ, ਕਿਸਾਨ ਜਥੇਬੰਦੀਆਂ ਦੇ, ਇਹ ਲੜਦੇ ਲੜਦੇ ਬਿਰਧ ਹੋ ਗਏ। ਜੇ ਹਜੇ ਵੀ ਅਸੀਂ ਮੰਗਾਂ ਤੇ ਹੀ ਲੜਦੇ ਰਹਾਂਗੇ ਤਾਂ ਅਗਲੀ ਆਉਣ ਵਾਲੀ ਪੀੜ੍ਹੀ ਨੇ ਵੀ ਬਿਰਧ ਹੋ ਜਾਣਾ ਤੇ ਅਸੀਂ ਮੰਗਾਂ ਤੇ ਹੀ ਰਹਿਣਾ ਜਾਂ ਰਿਆਇਤਾਂ ਤੇ ਹੀ ਰਹਿਣਾ। ਜਦੋਂ ਤੱਕ ਅਸੀਂ ਆਪਦੇ ਹੱਕਾਂ ਦੀ ਗੱਲ ਨਹੀਂ ਕਰਦੇ, ਜਦੋਂ ਤੱਕ ਪੰਜਾਬ ਸਰਕਾਰ ਇਹ ਗੱਲ ਨਹੀਂ ਸਮਝਦੀ ਵੀ ਸੈਂਟਰ, ਕੱਲ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਆਪ ਵੀ ਸਾਡੇ ਕੋਲੇ ਤਾਂ ਸਪੇਸ ਹੀ ਹੈ ਨਹੀਂ, ਸਾਡੇ ਕੋਲੇ, ਉਹਨਾਂ ਨੇ ਬਿਆਨ ਦਿੱਤਾ ਇਹ ਇੰਗਲਿਸ਼ ਟ੍ਰਿਬਿਊਨ ਨੂੰ ਜਾਂ ਹਿੰਦੁਸਤਾਨ ਟਾਈਮਜ਼ ਨੂੰ, ਵੀ ਸਾਡੇ ਕੋਲੇ ਤਾਂ ਕੁਛ ਜਗ੍ਹਾ ਹੀ ਹੈ ਨਹੀਂ ਜਿੱਥੇ ਅਸੀਂ ਸੈਂਟਰ ਸਟੇਟ ਰਿਲੇਸ਼ਨਸ਼ਿਪ 'ਚ ਉਹਨੂੰ ਰੀਡਿਫਾਈਨ ਕਰ ਸਕੀਏ ਜਾਂ ਉਸ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਅੰਡਰ ਅਸੀਂ ਕੋਈ ਪੰਜਾਬ ਦੇ ਲਈ ਕੋਈ ਨਵੇਂ ਲਾਅ ਘੜ ਸਕੀਏ। ਤੁਸੀਂ ਦੇਖ ਲਓ ਕੱਲ ਬਿੱਲ ਪਾਸ ਕੀਤੇ ਯਾਰ, ਰਾਜਪਾਲ ਕੋਲੇ ਜਾਣੇ ਆ, ਰਾਜਪਾਲ ਵੀ ਬੀਜੇਪੀ ਦਾ ਕੰਮ, ਪ੍ਰੈਜ਼ੀਡੈਂਟ ਕੋਲੇ ਜਾਣੇ ਆ, ਉਹ ਵੀ ਬੀਜੇਪੀ ਦਾ, ਤੇ ਅੱਗੇ ਬੀਜੇਪੀ ਵਾਲਿਆਂ ਨੇ ਸੈਂਟਰ 'ਚ ਚੈਲੰਜ ਵੀ ਕਰਨਾ। ਸੋ ਸਾਨੂੰ ਰੁੱਖ ਕਿਹੜਾ ਦਿੱਤਾ ਜਾ ਰਿਹਾ? ਜਦੋਂ ਸੰਘਰਸ਼ ਨੂੰ ਕਮਜ਼ੋਰ ਕਰਨਾ ਹੋਵੇ ਉਦੋਂ ਜਾਂ ਤਾਂ ਕਾਨੂੰਨੀ ਲੜਾਈ ਇੰਨੀ ਧੱਕ ਦਿਓ ਜਾਂ ਇਹਨਾਂ ਦਾ ਟੀਚਾ ਜਿਹੜਾ ਮਿਥਿਆ ਹੋਇਆ ਉਹ ਤੋਂ ਭਟਕਾ ਦਿਓ। ਅਸੀਂ ਲੱਗੇ ਆ ਹੱਕਾਂ ਨੂੰ ਮੰਗਣ, ਅਸੀਂ ਆ ਬਿੱਲਾਂ ਦੀਆਂ ਸੋਧਾਂ ਤੇ ਰਹਿ ਜਾਾਂਗੇ। ਤੇ ਕਿਸਾਨ ਜਥੇਬੰਦੀਆਂ ਅੱਜ ਬੈਠੀਆਂ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸੈਂਟਰ ਨਾਲ ਕਿਵੇਂ ਲੜਾਂਗੇ ਯਾਰ, ਇਹ ਤਾਂ ਲੰਬੀ ਲੜਾਈ ਆ, ਪਰ ਲੜਨਾ ਤਾਂ ਪੈਣਾ ਹੀ ਆ ਨਾ। ਜੇ ਅੱਜ ਨਾ ਲੜੇ ਤਾਂ ਕੱਲ ਲੜਨਾ ਪੈਣਾ, ਕੱਲ ਨਹੀਂ ਤਾਂ ਪਰਸੋਂ ਲੜਨਾ ਪੈਣਾ। ਜਦੋਂ ਤੱਕ ਉਸ ਗੱਲ ਤੇ ਅਸੀਂ ਨਹੀਂ ਆਉਂਦੇ, ਜਦੋਂ ਤੱਕ ਅਸੀਂ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਦੇ, ਉਦੋਂ ਤੱਕ ਜੇ ਅਸੀਂ ਕਹੀਏ ਸਾਡੇ ਮਸਲੇ ਹੱਲ ਹੋ ਜਾਣਗੇ ਜਾਂ ਪੰਜਾਬ ਦਾ ਭਲਾ ਹੋ ਜਾਊਗਾ, ਉਹ ਨਹੀਂ ਹੋ ਸਕਦਾ। ਹੁਣ ਮੇਰੇ ਤੇ ਇਹਨਾਂ ਦੀ ਆ ਕੇ ਸੂਈ ਕਿਉਂ ਅਟਕਦੀ ਆ ਵਾਰ-ਵਾਰ? ਕਿਉਂ ਕਹਿੰਦੇ ਆ ਇਹ ਤਾਂ ਫਲਾਨੀ ਏਜੰਸੀ ਦਾ ਬੰਦਾ, ਇਹ ਉਹਦਾ ਬੰਦਾ? ਕਿਉਂਕਿ ਇਹਨਾਂ ਨੂੰ ਪਤਾ ਅਸਲ ਗੱਲ ਆਪਾਂ ਕਰ ਰਹੇ ਆ, ਹੱਕਾਂ ਦੀ ਗੱਲ ਕਰ ਰਹੇ ਆ। ਉਨੀ ਇਹਨਾਂ 'ਚ ਜੁਰਤ ਨਹੀਂ ਆ ਵੀ ਅਸੀਂ ਲੜੀਏ, ਦਿੱਲੀ ਨੂੰ ਚੈਲੰਜ ਕਰੀਏ। ਹੁਣ ਅੱਜ ਇਸ ਕਰਕੇ ਹੋ ਸਕਦਾ ਮੈਂ ਪੰਜਾਬ ਸਰਕਾਰ ਦੀ ਅੱਖਾਂ 'ਚ ਵੀ ਰੜਕਾਂ ਹੁਣ, ਕਿਉਂਕਿ ਪੰਜਾਬ ਸਰਕਾਰ ਵੀ ਉਹ ਅਸਤੀਫੇ ਜੇਬ 'ਚ ਤਾਂ ਪਾਈ ਬੈਠੀ ਆ, ਪਰ ਅਸਲ ਗੱਲ ਤੇ ਉਹ ਵੀ ਨਹੀਂ ਆ ਰਹੇ ਵੀ ਅਸੀਂ ਲੜਦੇ ਆ, ਲੋਕਾਂ ਦੇ ਨਾਲ ਲੜਦੇ ਆ, ਲੋ ਪੋਲੀਟੀਕਲ ਸਟਰਗਲ ਕਰਦੇ ਆ। ਕਿਉਂਕਿ ਉਹਨਾਂ ਨੇ ਇੱਕ ਗੱਲ ਹੋਰ ਸਮਝਣ ਦੀ ਜ਼ਰੂਰਤ ਆ, ਬੜੀ ਮਾਨਸਿਕਤਾ ਇਹ ਸਾਡੇ ਜਿਹੜੇ ਆ MLA ਬਣੇ ਬੈਠੇ ਆ ਨਾ, ਉਹਨਾਂ 'ਚ ਉਹ MLA ਜਾਂ MP ਜਿਹੜੇ ਬਣਦੇ ਆ ਉਹ 5 ਸਾਲ ਆਉਂਦੇ ਆ ਤੇ ਉਹਨਾਂ ਨੂੰ ਇਹ ਪਤਾ ਵੀ 5 ਸਾਲਾਂ 'ਚ ਅਸੀਂ ਪੈਸੇ ਕਮਾਉਣੇ ਆ, ਹੋਰ ਉਹਨਾਂ ਨੂੰ ਕੱਖ ਦਾ ਨਹੀਂ ਕਿਸੇ ਨਾਲ ਕੋਈ ਵੀ ਸਾਡੇ ਨਾਲ ਕੋਈ ਉਹਨਾਂ ਦੀ ਇਹ ਹੋਵੇ ਵੀ ਯਾਰ ਮੈਂ ਆਪਦੇ ਲੋਕਾਂ ਦਾ ਭਲਾ ਕਰਨਾ ਜਾਂ ਇੱਥੇ ਕਿਸਾਨਾਂ ਦਾ ਭਲਾ ਕਰਨਾ, ਮਜ਼ਦੂਰਾਂ ਦਾ ਭਲਾ ਕਰਨਾ, ਆਮ ਮੇਰੀ ਜਿਹੜਾ ਵਿਧਾਨ ਸਭਾ ਜਾਂ ਲੋਕ ਸਭਾ ਦੀ ਮੇਰੀ ਕੌਂਸਟੀਟੂਐਂਸੀ ਆ ਉਹ ਉੱਥੇ ਮੈਂ ਭਲਾ ਕਰਨਾ, ਕੁਛ ਉੱਥੇ ਵਿਕਾਸ ਕਰਨਾ। ਇਹ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਸਮਝ ਹੀ ਨਹੀਂ ਹੁੰਦੀ। ਅੱਛਾ, ਉਹਨਾਂ ਨੇ ਦੀ ਜੋ ਪਾਰਟੀ ਨੇ ਫੈਸਲਾ ਜੋ ਲੈ ਲਿਆ, ਆ ਕੇ ਉਹ ਐਂ ਦਿਖਾਉਣਗੇ ਆਹ ਲਓ ਜੀ ਖੜ ਗਏ ਕਿਸਾਨਾਂ ਦੇ ਹੱਕ 'ਚ, ਖੜ ਗਏ ਮਜ਼ਦੂਰਾਂ ਦੇ ਹੱਕ 'ਚ। ਪਰ ਅਸਲ 'ਚ ਜੇ ਅਸੀਂ ਭੋਲੇ ਆ, ਅਸੀਂ ਗੱਲਾਂ ਨੂੰ ਸਮਝਦੇ ਹੀ ਨਹੀਂ ਪਿੱਛੇ ਗੱਲ ਕੀ ਪਈ ਆ। ਉਹਨਾਂ MLA MPਆਂ ਨੂੰ ਕੁਛ ਨਹੀਂ ਪਿਆ, ਉਹ ਸਾਡੇ ਕੋਲੇ ਆ ਕੇ ਧਰਨਿਆਂ 'ਚ ਮੋਰਚਿਆਂ 'ਚ ਨਹੀਂ ਬਹਿ ਸਕਦੇ। ਉਹ ਪੋਲੀਟੀਕਲ ਸਟਰਗਲ ਕਰਨ ਲਈ ਉਹਨਾਂ ਕੋਲੇ ਦਮ ਹੀ ਹੈ ਨਹੀਂ, ਉਹਨਾਂ ਨੇ ਉਹ ਜ਼ਿੰਦਗੀ ਨਹੀਂ ਦੇਖੀ। ਇਹ ਆਹ ਜ਼ਿੰਦਗੀ ਜਿਵੇਂ ਅਸੀਂ ਬੈਠੇ ਆ ਇੱਥੇ, ਉਹਨਾਂ ਨੇ ਇਹ ਜ਼ਿੰਦਗੀ ਜਿਉਣ ਲਈ ਉਹਨਾਂ ਕੋਲੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਆਪਾਂ ਕਹਿ ਲਈਏ ਵੀ ਐਡੀ ਭਾਵਨਾ ਹੋਵੇ ਜਾਂ ਇਹ ਜਜ਼ਬਾ ਹੋਵੇ, ਹੈ ਨਹੀਂ। ਉਹਨਾਂ ਨੇ ਪਾਵਰ ਇੰਜੋਏ ਕਰਨੀ ਹੁੰਦੀ ਆ 5 ਸਾਲ, ਮੁੜ ਕੇ ਫਿਰ ਅਗਲੇ 5 ਸਾਲ ਬਾਅਦ ਮੈਂ ਕਿਵੇਂ ਜਿੱਤਣਾ, ਇਹ ਚੀਜ਼ ਤੇ ਹੀ ਕੌਨਸੈਂਟਰੇਸ਼ਨ ਹੁੰਦੀ ਆ। ਹੁਣ ਪੰਜਾਬ ਨੂੰ ਜਾਗਣਾ ਪਊਗਾ, ਸਾਨੂੰ ਜਾਗਣਾ ਪਊਗਾ, ਸਾਨੂੰ ਆਪਦੇ ਹੱਕਾਂ ਲਈ ਲੜਨਾ ਪਊ। ਜੇ ਰਿਆਇਤਾਂ ਲਈ ਲੜਦੇ ਰਹੇ ਤਾਂ ਇਹਨਾਂ ਨੇ ਆ ਕੇ ਫਿਰ ਵਿਕਟਰੀ ਸਾਈਨ ਹੀ ਦਿਖਾਉਣੇ ਆ ਤੇ ਪ੍ਰੈਸ ਨੇ ਛਾਪ ਦੇਣੇ ਆ, ਦੇਖੋ ਜੀ ਪੰਜਾਬ ਸਰਕਾਰ ਖੜ ਗਈ ਸਾਡੇ ਹੱਕ 'ਚ। ਇਹ ਸਾਡਾ ਜਿਹੜਾ ਪ੍ਰੈਸ਼ਰ ਪਿਆ ਸੀ ਐਡਾ ਵੱਡਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੇ, ਸਾਨੂੰ ਸਾਡੇ ਹੱਕ ਮਿਲ ਰਹੀਆਂ ਮੰਗਾਂ, ਸਾਡੇ ਸੋਧਾਂ ਹੋ ਗਈਆਂ ਬਿੱਲਾਂ 'ਚ, ਇਹ ਕੁਛ ਨਹੀਂ ਆ। ਸਾਡੇ ਅੱਖਾਂ 'ਚ ਜਿਵੇਂ ਪੰਜਾਬੀ ਕਹਿੰਦੇ ਉਹਦਾ ਘੱਟਾ ਪਾਇਆ ਜਾ ਰਿਹਾ। ਸੋ ਜਦੋਂ ਤੱਕ ਅਸੀਂ ਇਹ ਅਸਲ ਗੱਲ ਨੂੰ ਨਹੀਂ ਸਮਝਦੇ, ਪੋਲੀਟੀਕਲ ਸਟਰਗਲ ਆ, ਪੋਲੀਟੀਕਲ ਲੜਾਈ ਆ, ਰਾਜਸੀ ਲੜਾਈ ਆ ਇਹ। ਤੇ ਰਾਜਸੀ ਲੜਾਈ ਜਿਹੜੀ ਸਾਡੀ ਆ ਉਹ ਖੁਦ ਮੁਖਤਿਆਰੀ ਦੀ ਆ, ਵੀ ਇੰਨੀ ਕੁ ਖੁਦ ਮੁਖਤਿਆਰੀ ਹੋਵੇ ਵੀ ਸਾਡੇ ਫਸਲਾਂ ਦੇ ਮੁੱਲ ਹੀ ਅਸੀਂ ਆਪ ਤੈਅ ਕਰ ਲਈਏ। ਉਦੋਂ ਬਾਅਦ ਖਰੀਦਣਾ ਨਹੀਂ ਖਰੀਦੋਗੇ, ਅਸੀਂ ਉਹਦੀਆਂ ਮੰਡੀਆਂ ਹੋਰ ਲੱਭ ਲਾਂਗੇ, ਉਹ ਤਾਂ ਕੋਈ ਵੱਡੀ ਗੱਲ ਨਹੀਂ। ਆਏ ਨਹੀਂ ਵੀ ਇਹ ਹੱਲ ਨਹੀਂ ਹੋ ਸਕਦੇ, ਹੱਲ ਸਾਰੇ ਪਏ ਆ। ਪਰ ਜਦੋਂ ਤੱਕ ਇਹ ਸਮਝਣਗੇ ਨਹੀਂ ਜਾਂ ਸਮਝ ਕੇ ਵੀ ਸਾਨੂੰ ਅਸਲ ਗੱਲ ਤੇ ਨਹੀਂ ਲੈ ਕੇ ਆਉਣਗੇ, ਉਦੋਂ ਤੱਕ ਸਾਡਾ ਭਲਾ ਨਹੀਂ ਹੋਊਗਾ। ਆਪਾਂ ਇਸੇ ਕਰਕੇ ਸਿਰ ਜੋੜ ਕੇ ਬੈਠੇ ਆ। ਸੋ ਮੋਰਚੇ ਦਾ ਜਿਹੜਾ ਮਕਸਦ ਆ ਬਾਈ ਜੀ, ਉਹ ਇਹੀ ਆ ਵੀ ਅਸੀਂ ਇੱਕ ਤਾਂ ਲੋਕਾਂ ਨੂੰ ਜਾਗਰੂਕ ਕਰੀਏ ਆਪਦੇ ਹੱਕਾਂ ਲਈ, ਕਿਉਂਕਿ ਸਰਕਾਰਾਂ ਤੇ ਕਈ ਵਾਰੀ ਜਿਹੜੇ ਸਟਰਗਲ ਕਰ ਰਹੀ ਜਾਂ ਲੜਾਈ ਲੜਦੀਆਂ ਧਿਰ ਦੇ ਆਗੂ ਵੀ ਹੁੰਦੇ ਆ,
ਉਹ ਵੀ ਗੱਲ ਨੂੰ ਸਮਝ ਕੇ ਅਸਲ ਗੱਲ ਨੂੰ ਲੋਕਾਂ ਤੱਕ ਨਹੀਂ ਲੈ ਕੇ ਜਾਂਦੇ। ਐਟਲੀਸਟ ਲੋਕਾਂ ਨੂੰ ਦਸੀਏ ਤਾਂ ਸਹੀ, ਤੇ ਲੋਕ ਸਮਝ ਕੇ ਫਿਰ ਲੋਕ ਆਪ ਡਿਸਾਈਡ ਕਰਨ, ਸੰਗਤ ਡਿਸਾਈਡ ਕਰੇ ਵੀ ਅਸੀਂ ਲੜਨਾ ਕਿ ਨਹੀਂ ਲੜਨਾ। ਐਟਲੀਸਟ ਲੋਕਾਂ ਤੱਕ ਅਸਲ ਗੱਲ ਤਾਂ ਜਾਵੇ। ਜੇ ਅਸਲ ਗੱਲ ਹੀ ਨਹੀਂ ਜਾਂਦੀ ਲੋਕਾਂ ਤੱਕ, ਜੇ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਗੱਲ ਦੀ, ਤੁਹਾਨੂੰ ਆਪਦੀਆਂ ਮੰਗਾਂ ਬਾਰੇ ਨਹੀਂ ਪਤਾ, ਫਿਰ ਹੱਕਾਂ ਬਾਰੇ ਕਿੱਥੋਂ ਪਤਾ ਹੋਊ। ਸੋ ਇੰਨੀਆਂ ਕੁ ਗੱਲਾਂ ਮੈਂ ਕਰਨੀਆਂ ਸੀ ਜੀ। ਮੈਂ ਚੰਡੀਗੜ੍ਹ ਚੱਲਿਆ, 4:30 ਤਾਈਂ ਵਾਪਸ ਆ ਜਾਊਂਗਾ। ਆਪਾਂ ਫਿਰ ਬੈਠ ਕੇ ਆਪਸ 'ਚ ਗੱਲਾਂ ਕਰਾਂਗੇ, ਕੋਈ ਸਵਾਲ ਜਵਾਬ ਹੋਏ ਉਹ ਵੀ ਕਰਾਂਗੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।